ਗੁਰਦੀਪ ਸਿੰਘ ਨੇ ਆਪਣੀ ਹੱਡਬੀਤੀ ਦੱਸੀ। ਉਸਨੇ ਦੱਸਿਆ ਕਿ ਮੈਂ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਹਾਂ। ਮੇਰੇ ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਾਰਨ ਮੈਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਮੇਰੇ ਘਰ ਵਿੱਚ ਮਾਤਾ ਪਿਤਾ ਤੇ ਮੇਰੀ ਇੱਕ ਛੋਟੀ ਭੈਣ ਸੀ। ਮੈਂ ਚਾਹੁੰਦਾ ਸੀ ਕਿ ਕਿਤੇ ਨਾ ਕਿਤੇ ਮੈਂ ਆਪਣੇ ਪਰਿਵਾਰ ਨੂੰ ਖੁਸ਼ ਰੱਖਾਂ, ਉਹਨਾਂ ਨੂੰ ਹਰ ਇੱਕ ਚੀਜ਼ ਲੈ ਕੇ ਦੇ ਸਕਾਂ ਜੋ ਉਹ ਚਾਹੁੰਦੇ ਹਨ। ਪਰ ਮੈਂ ਜਿਸ ਫੈਕਟਰੀ ਵਿੱਚ ਕੰਮ ਕਰਦਾ ਸੀ ਉਸ ਫੈਕਟਰੀ ਵਿੱਚ ਚੰਗੀ ਤਨਖਾਹ ਨਹੀਂ ਮਿਲਦੀ ਸੀ, ਜਿਸ ਕਾਰਨ ਮੇਰਾ ਮਨ ਬਣਿਆ ਕਿ ਮੈਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਕੰਮ ਕਰਾਂ ਜੋ ਕਿ ਮੈਨੂੰ ਵਧੀਆ ਤਨਖਾਹ ਮਿਲ ਸਕੇ, ਜਿਸ ਨਾਲ ਮੇਰੇ ਘਰ ਦੇ ਹਾਲਾਤ ਸੁਧਰ ਜਾਣਗੇ। ਮੈਂ ਕਿਸੇ ਤਰ੍ਹਾਂ ਪੈਸੇ ਇਕੱਠੇ ਕਰਕੇ ਸਾਊਦੀ ਅਰਬ ਦੇ ਵਿੱਚ ਵੀਜ਼ਾ ਲਗਵਾ ਲਿਆ। ਮੈਂ ਕੁਝ ਹੀ ਦਿਨਾਂ ਵਿੱਚ ਸਾਊਦੀ ਅਰਬ ਚਲਾ ਗਿਆ। ਸਾਊਦੀ ਅਰਬ ਪਹੁੰਚ ਕੇ ਮੇਰਾ ਪਹਿਲਾ ਕੰਮ ਸੀ ਕਿ ਮੈਂ ਕੰਮ ਦੀ ਤਲਾਸ਼ ਕਰਨੀ ਹੈ। ਸਾਊਦੀ ਅਰਬ ਦੇ ਵਿੱਚ ਕਾਫੀ ਲੋਕ ਘਰਾਂ ਦੇ ਵਿੱਚ ਕੰਮ ਕਰਦੇ ਹਨ ਜਾਂ ਫਿਰ ਉਹ ਘਰਾਂ ਦੇ ਵਿੱਚ ਡਰਾਈਵਰ ਬਣ ਕੇ ਕੰਮ ਕਰਦੇ ਹਨ। ਮੈਂ ਇਸੇ ਤਰ੍ਹਾਂ ਕੰਮ ਦੀ ਭਾਲ ਵਿੱਚ ਇੱਕ ਘਰ ਦੇ ਵਿੱਚ ਚਲਾ ਗਿਆ। ਉਸ ਘਰ ਦੇ ਵਿੱਚ ਜਾ ਕੇ ਮੈਂ ਉੱਥੇ ਕੰਮ ਦੀ ਮੰਗ ਕੀਤੀ। ਉਸ ਘਰ ਵਿੱਚ ਰਹਿਣ ਵਾਲੇ ਮਾਲਕ ਨੇ ਮੈਨੂੰ ਕੰਮ ਤੇ ਰੱਖ ਲਿਆ, ਪਰ ਉਸ ਦੀ ਘਰਵਾਲੀ ਨੇ ਇੱਕ ਨਵਾਂ ਹੀ ਸਿਆਪਾ ਪਾ ਲਿਆ। ਉਹ ਆਪਣੇ ਘਰ ਦੇ ਮਾਲਕ ਨੂੰ ਕਹਿਣ ਲੱਗੀ, ਇਹ ਪੰਜਾਬ ਤੋਂ ਆਇਆ ਹੈ ਅਤੇ ਇਹ ਸਿੱਖ ਹੈ। ਸਿੱਖਾਂ ਨੇ ਤੇ ਆਪਣੀ ਰਾਣੀ ਦਾ ਕਤਲ ਕਰ ਦਿੱਤਾ ਸੀ। ਮੈਨੂੰ ਉਸ ਮੁਸਲਮਾਨ ਬੀਬੀ ਦੀ ਗੱਲ ਸਮਝ ਆ ਗਈ। ਉਹ ਕਿਤੇ ਨਾ ਕਿਤੇ ਇਹ ਇਸ਼ਾਰਾ ਕਰ ਰਹੀ ਸੀ ਕਿ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਜਿਹੜੇ ਆਪਣੇ ਰਾਣੀ ਨੂੰ ਮਾਰ ਸਕਦੇ ਹਨ ਉਹ ਕਿਸੇ ਨੂੰ ਵੀ ਮਾਰ ਸਕਦੇ ਹਨ। ਫਿਰ ਉਹਨਾਂ ਨੇ ਮੈਨੂੰ ਕੰਮ ਤੋਂ ਰੱਖਣ ਤੋਂ ਇਨਕਾਰ ਕਰ ਦਿੱਤਾ। ਮੈਂ ਪੈਦਲ ਤੁਰਿਆ ਜਾ ਰਿਹਾ ਸੀ। ਕਿਤੇ ਨਾ ਕਿਤੇ ਇਹ ਮੈਂ ਸੋਚ ਰਿਹਾ ਸੀ ਕਿ ਮੈਨੂੰ ਕਾਤਲ ਕਿਉਂ ਕਿਹਾ। ਉਸ ਨੂੰ ਪੰਜਾਬ ਵਿੱਚ ਜੋ ਹੋਇਆ ਉਸ ਦੇ ਹਾਲਾਤਾਂ ਬਾਰੇ ਜਰਾ ਵੀ ਅੰਦਾਜ਼ਾ ਨਹੀਂ ਸੀ। ਦੂਸਰਾ ਦੇਸ਼ ਹੋਣ ਕਾਰਨ ਮੈਂ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਬਹਿਸ ਨਹੀਂ ਕਰ ਸਕਦਾ ਸੀ। ਫਿਰ ਕੁਝ ਦਿਨਾਂ ਤੱਕ ਮੈਨੂੰ ਇੱਕ ਕੰਪਨੀ ਵਿੱਚ ਕਾਰ ਡਰਾਈਵਰ ਵੱਲੋਂ ਨੌਕਰੀ ਮਿਲ ਗਈ। ਮੈਂ ਕੰਪਨੀ ਵਾਲਿਆਂ ਵੱਲੋਂ ਅਕਸਰ ਹੀ ਸਮਾਨ ਦੀ ਢੋਆ ਢੁਆਈ ਕਰਦਾ ਸੀ। ਮੈਨੂੰ ਉਸ ਸ਼ਹਿਰ ਦੇ ਵਿੱਚ ਕੰਮ ਕਰਦੇ 6 ਮਹੀਨੇ ਬੀਤ ਗਏ ਸਨ। ਇੱਕ ਦਿਨ ਮੇਰੇ ਨਾਲ ਅਜਿਹਾ ਭਾਣਾ ਵਰਤਿਆ। ਮੈਂ ਕੰਪਨੀ ਦਾ ਸਮਾਨ ਲੈ ਕੇ ਦੂਸਰੇ ਸ਼ਹਿਰ ਛੱਡਣ ਜਾ ਰਿਹਾ ਸੀ। ਅਚਾਨਕ ਪਿੱਛੋਂ ਦੀ ਇੱਕ ਤੇਜ਼ ਕਾਰ ਆਉਂਦੀ ਹੈ ਤੇ ਮੇਰੇ ਤੋਂ ਅੱਗੇ ਨਿਕਲ ਜਾਂਦੀ ਹੈ। ਉਹ ਕਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਮੇਰੇ ਦੇਖਦੇ ਹੀ ਦੇਖਦੇ ਉਹ ਕਾਰ ਇੱਕ ਟਰੱਕ ਵਿੱਚ ਜਾ ਕੇ ਵੱਜੀ। ਮੈਂ ਆਪਣੀ ਕਾਰ ਉੱਥੇ ਹੀ ਰੋਕ ਲਈ। ਜਦ ਮੈਂ ਆਪਣੀ ਕਾਰ ਵਿੱਚ ਉਤਰਿਆ ਤਾਂ ਉਸ ਕਾਰ ਵਿੱਚ ਇੱਕ ਮੁਸਲਮਾਨ ਬੀਬੀ ਸੀ। ਉਹ ਬੀਬੀ ਜ਼ਖਮੀ ਹੋ ਚੁੱਕੀ ਸੀ ਪਰ ਉਸ ਦਾ ਬਚਾਅ ਹੋ ਗਿਆ। ਮੈਂ ਉਸ ਮੁਸਲਮਾਨ ਬੀਬੀ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਮੈਂ ਉਸ ਨੂੰ ਪਾਣੀ ਪਿਲਾਇਆ। ਫਿਰ ਮੈਂ ਉਸ ਬੀਬੀ ਨੂੰ ਧਿਆਨ ਨਾਲ ਦੇਖਿਆ। ਇਹ ਉਹੀ ਬੀਬੀ ਸੀ ਜਿਸ ਨੇ ਮੈਨੂੰ ਰਾਣੀ ਦਾ ਕਾਤਲ ਕਿਹਾ ਸੀ। ਮੈਂ ਫਿਰ ਉਸੇ ਵੇਲੇ ਪੁਲਿਸ ਨੂੰ ਤੇ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਅਤੇ ਪੁਲਿਸ ਉਸ ਬੀਬੀ ਨੂੰ ਐਂਬੂਲੈਂਸ ਦੇ ਵਿੱਚ ਹਸਪੀਟਲ ਲੈ ਗਈ। ਕੁਝ ਹੀ ਦਿਨਾਂ ਬਾਅਦ ਮੈਨੂੰ ਇੱਕ ਕਾਲ ਆਉਂਦੀ ਹੈ। ਇਹ ਕਾਲ ਉਸੇ ਬੀਬੀ ਦੀ ਸੀ ਜਿਸ ਦੀ ਮੈਂ ਜਾਨ ਬਚਾਈ ਸੀ। ਉਸਨੇ ਮੈਨੂੰ ਘਰ ਦੇ ਵਿੱਚ ਬੁਲਾਇਆ ਤੇ ਉਸ ਦਾ ਘਰ ਵਾਲਾ ਵੀ ਘਰੇ ਸੀ। ਉਸ ਬੀਬੀ ਨੇ ਪਹਿਲਾਂ ਤਾਂ ਮੇਰਾ ਧੰਨਵਾਦ ਕੀਤਾ, ਫਿਰ ਉਸਨੇ ਮੈਨੂੰ ਕੁਝ ਖਾਣ ਲਈ ਵੀ ਦਿੱਤਾ। ਫਿਰ ਗੱਲਾਂ-ਗੱਲਾਂ ਦੇ ਵਿੱਚ ਉਸਨੇ ਮੈਨੂੰ ਕਿਹਾ, ਮੈਂ ਤੈਨੂੰ ਉਸ ਦਿਨ ਕਾਤਲ ਕਿਹਾ ਸੀ, ਫਿਰ ਵੀ ਤੂੰ ਮੇਰੀ ਜਾਨ ਬਚਾਈ। ਮੇਰੇ ਕਾਤਲ ਕਹਿਣ ਤੇ ਤੂੰ ਮੈਨੂੰ ਕੁਝ ਨਹੀਂ ਕਿਹਾ। ਇੰਨਾ ਬੋਲ ਕੇ ਉਹ ਬੀਬੀ ਚੁੱਪ ਕਰ ਗਈ। ਕੁਝ ਦੇਰ ਮੈਂ ਵੀ ਚੁੱਪ ਰਿਹਾ ਤੇ ਆਖਣ ਲੱਗਾ, ਸਾਡਾ ਸਿੱਖ ਧਰਮ ਇਹੋ ਜਿਹਾ ਹੈ। ਉਹ ਇੰਦਰਾ ਗਾਂਧੀ ਜਿਸ ਨੂੰ ਤੁਸੀਂ ਰਾਣੀ ਆਖਦੇ ਹੋ, ਉਸਨੇ ਸਾਡੇ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਜੋ ਤੁਹਾਡੇ ਘਰ ਤੇ ਹਮਲਾ ਕਰਦਾ ਹੈ ਤੁਸੀਂ ਉਸ ਨੂੰ ਕਿਵੇਂ ਛੱਡ ਦੇਵੋਗੇ। ਮੈਂ ਉਸ ਨੂੰ 1984 ਦੀ ਸਾਰੀ ਹੀ ਗੱਲਬਾਤ ਦੱਸੀ ਤੇ ਮੇਰੀ ਗੱਲਬਾਤ ਦੱਸਦੇ ਹੀ ਉਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਮੇਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਣ ਲੱਗੀ। ਫਿਰ ਗੁਰਦੀਪ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਤੇ ਉਸਦੇ ਘਰ ਦੇ ਹਾਲਾਤ ਵੀ ਚੰਗੇ ਹੋ ਗਏ।